TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਪਣੇ ਇਸ ਪ੍ਰੋਗਰਾਮ ਦੌਰਾਨ ਰੋਜ਼ਾਨਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚੋਣਾਂ ਦੇ ਨਾਲ ਜੁੜੀਆਂ ਕੁਝ ਜਾਣਕਾਰੀਆਂ ਤੁਹਾਡੇ ਹਵਾਲੇ ਕਰਾਂ। ਅਕਸਰ ਉਹ ਜਾਣਕਾਰੀਆਂ ਜਿਨ੍ਹਾਂ ਦੀ ਚਰਚਾ ਅਸੀਂ ਖੁੰਡਾਂ ਤੇ ਬੈਠ ਕੇ, ਸੱਥਾਂ 'ਚ ਬੈਠ ਕੇ, ਕਿਸੇ ਮਹਿਫਲ ਦੇ ਵਿੱਚ ਬੈਠ ਕੇ ਕਰਦੇ ਹਾਂ। ਕੱਲ੍ਹ ਦੇ ਪ੍ਰੋਗਰਾਮ ਦੇ ਦੌਰਾਨ ਜ਼ਿਕਰ ਕੀਤਾ ਸੀ ਕਿ ਆਜ਼ਾਦ ਉਮੀਦਵਾਰ ਨੂੰ ਕੀ ਵੋਟ ਪਾਈ ਜਾਵੇ, ਕੀ ਆਜ਼ਾਦ ਉਮੀਦਵਾਰ ਜਿੱਤ ਕੇ ਆਜ਼ਾਦ ਰਹਿੰਦੇ ਨੇ ਜਾਂ ਫਿਰ ਆਪਣਾ ਮੁੱਲ ਪਵਾ ਕੇ ਕਿਸੇ ਪਾਰਟੀ ਵਿੱਚ ਚਲੇ ਜਾਂਦੇ ਨੇ, ਜਾਂ ਕਿਹੜਾ ਆਜ਼ਾਦ ਉਮੀਦਵਾਰ ਇਸ ਚੋਣ ਪਿੜ ਵਿੱਚ ਉਤਰਿਆ ਤੇ ਨਿਤਰਿਆ ਤੇ ਫਿਰ ਮੁੱਖ ਮੰਤਰੀ ਦੀ ਕੁਰਸੀ ਤੱਕ ਕਿਵੇਂ ਕਦੋਂ ਪਹੁੰਚ ਗਿਆ। ਬੀਤੇ ਪ੍ਰੋਗਰਾਮਾਂ ਦੇ ਵਿੱਚ ਵੱਖੋ ਵੱਖ ਵਿਸ਼ਿਆਂ ਨੂੰ ਚੋਣਾਂ ਨਾਲ ਜੁੜੇ ਨੇ ਜਿਹੜੇ, ਉਹਨਾਂ ਨੂੰ ਆਧਾਰ ਬਣਾ ਕੇ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ। ਤੇ ਕੱਲ ਸੱਚ ਜਾਣਿਓ, ਮੈਂ ਪਿੰਡ ਫੋਨ ਕੀਤਾ। ਪਿੰਡ ਦੇ ਵਿੱਚ ਕੁਝ ਸੱਜਣ ਆਏ ਹੋਏ ਸੀ। ਉਹ ਪੁੱਛਣ ਲੱਗ ਗਏ ਵੀ ਮੁੰਡਿਆ ਤੂੰ ਫੋਨ ਤਾਂ ਕਰੀ ਲਿਆ, ਬਈ ਮਜੀਠੀਏ ਦੀ ਜ਼ਮਾਨਤ ਜ਼ਬਤ ਹੋਊ ਕਿ ਸਿੱਧੂ ਦੀ ਹੋਊ। ਮੈਂ ਸਹਿਜ ਸੁਭਾਅ ਪੁੱਛ ਲਿਆ ਕਿ ਇਹ ਜ਼ਮਾਨਤ ਦੱਸੋ ਕੀ ਹੁੰਦੀ ਹੈ। ਕਹਿੰਦੇ ਸੁਣਿਆ ਹੀ ਹੈ ਬਈ, ਬੜੀ ਵਾਰੀ ਸੁਣਿਆ ਕਿ ਫਲਾਣੇ ਦੀ ਫਲਾਣਾ ਜ਼ਮਾਨਤ ਜ਼ਬਤ ਕਰਾ ਦੂਗਾ। ਮੈਂ ਉਸੇ ਵਕਤ ਸੋਚਿਆ ਕਿ ਇਹਦਾ ਮਤਲਬ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਕਈ ਵਾਰੀ ਉਹ ਮਾਇਨੇ ਕੀ ਰੱਖਦੀਆਂ ਨੇ, ਹੁੰਦੀਆਂ ਕੀ ਨੇ। ਕਿਸੇ ਮੁਹੱਲੇ 'ਚ ਬੈਠ ਕੇ ਕਰਦੇ ਹਾਂ, ਸੱਥ 'ਚ ਬੈਠ ਕੇ ਕਰਦੇ ਹਾਂ, ਖੁੰਡ 'ਚ ਬੈਠ ਕੇ ਕਰਦੇ ਹਾਂ, ਮਹਿਫਲ 'ਤੇ ਬਹਿ ਕੇ ਕਰਦੇ ਹਾਂ, ਪਰ ਕਈ ਵਾਰੀ ਪਤਾ ਨਹੀਂ ਹੁੰਦਾ। ਅਕਸਰ ਤੁਸੀਂ ਵੀ ਸੁਣਿਆ ਹੋਣਾ ਵੀ ਫਲਾਣੇ ਦੀ ਫਲਾਣਾ ਜ਼ਮਾਨਤ ਜ਼ਬਤ ਕਰਾ ਦੂਗਾ, ਵੀ ਇਸ ਵਾਰ ਤਾਂ ਪਤਾ ਨਹੀਂ ਕਿਹਨੇ ਕਿਹਨੂੰ ਢਾਹ ਲੈਣਾ। ਹੁਣ ਜ਼ਮਾਨਤ ਜ਼ਬਤ ਹੋਣ ਦਾ ਮਾਇਨਾ ਕੀ ਹੈ? ਇਹ ਕਿਵੇਂ ਸਾਬਤ ਹੁੰਦਾ ਕਿ ਫਲਾਣੇ ਦੀ ਜ਼ਮਾਨਤ ਜ਼ਬਤ ਹੋ ਗਈ ਤੇ ਫਲਾਣੇ ਦੀ ਬਚ ਗਈ? ਜਾਂ ਫਿਰ ਅਸੀਂ ਕਈ ਵਾਰੀ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ, ਆਖ ਰਹੇ ਹੁੰਦੇ ਹਾਂ ਕਿ ਯਾਰ ਇਹ ਤਾਂ ਕੰਮ ਏਜੰਸੀਆਂ ਦਾ। ਜੇਕਰ ਉਸ ਬੰਦੇ ਨੂੰ ਪੁੱਛੋ ਕਿ ਕਿਹੜੀਆਂ ਏਜੰਸੀਆਂ ਬਈ, ਉਹ ਕਿਵੇਂ ਕੰਮ ਕਰਦੀਆਂ ਨੇ, ਸ਼ਾਇਦ ਉਹਨਾਂ ਕੋਲ ਇਸ ਗੱਲ ਦਾ ਜਵਾਬ ਕੋਈ ਨਹੀਂ ਹੁੰਦਾ ਕਿ ਏਜੰਸੀਆਂ ਕਿਹੜੀਆਂ ਨੇ, ਪਰ ਉਹ ਗੱਲ ਆਖ ਰਿਹਾ ਹੁੰਦਾ। ਇਸ ਤਰ੍ਹਾਂ ਜ਼ਮੀਨੀ ਪੱਧਰ ਤੇ ਜਾਂ ਹਕੀਕਤ ਕੀ ਹੈ, ਕਈ ਵਾਰੀ ਸਾਨੂੰ ਉਸ ਗੱਲ ਦੀ ਸਮਝ ਨਹੀਂ ਹੁੰਦੀ ਜਿਹੜੀ ਅਸੀਂ ਸੁੱਤੇ ਸਿੱਧ ਕਿਸੇ ਨਾਲ ਕਰ ਰਹੇ ਹੁੰਦੇ ਹਾਂ। ਇਸੇ ਕਰਕੇ ਸ਼ਾਇਦ ਜ਼ਮਾਨਤ ਸ਼ਬਦ ਹੈ ਜਿਹੜਾ ਤੁਸੀਂ ਇੱਕ ਵਾਰ ਨਹੀਂ ਅਨੇਕਾਂ ਵਾਰ ਸੁਣਿਆ ਹੋਣਾ ਕਿਸੇ ਨੂੰ ਕਹਿੰਦੇ ਆ, ਜਾਂ ਹੋ ਸਕਦਾ ਤੁਸੀਂ ਵੀ ਕਿਸੇ ਨੂੰ ਕਿਹਾ ਵੀ, ਹੋ ਸਕਦਾ ਤੁਹਾਨੂੰ ਪਤਾ ਵੀ ਹੋਵੇ। ਪਰ ਆਓ ਅੱਜ ਆਪਾਂ ਇਹਦੇ ਬਾਬਤ ਗੱਲ ਕਰਦੇ ਹਾਂ ਕਿ ਜ਼ਮਾਨਤ ਕਿਸੇ ਦੀ ਕਿਵੇਂ ਜ਼ਬਤ ਹੁੰਦੀ ਹੈ ਤੇ ਕਿਸੇ ਦੀ ਕਿਵੇਂ ਜ਼ਮਾਨਤ ਬਚਦੀ ਹੈ। ਆ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ, ਇਹਦੇ ਵਿੱਚ ਵੀ ਬਹੁਤ ਸਾਰੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਵਿੱਚ ਨਿਤਰੇ ਹੋਏ ਨੇ। ਉਹਨਾਂ ਵਿੱਚੋਂ ਕਈਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਕਈਆਂ ਦੀਆਂ ਬਚ ਜਾਣਗੀਆਂ। ਹੁਣ ਬਹੁਤ ਸਾਰੇ ਉਮੀਦਵਾਰਾਂ ਨੂੰ ਇਹ ਖੌਫ ਅਕਸਰ ਰਹਿੰਦਾ ਹੈ ਕਿ ਕਿਤੇ ਉਹਦੀ ਵੋਟਰ ਜ਼ਮਾਨਤ ਜ਼ਬਤ ਨਾ ਕਰਵਾ ਦੇਣ। ਹੁਣ ਆਹ ਜਿਹੜਾ ਮੈਂ ਬੋਲਿਆ ਹੈ ਕਿ ਵੋਟਰ ਜ਼ਮਾਨਤ ਜ਼ਬਤ ਨਾ ਕਰਵਾ ਦੇਣ, ਕੋਈ ਕਿਸੇ ਦੀ ਦੂਸਰਾ ਉਮੀਦਵਾਰ ਜ਼ਮਾਨਤ ਜ਼ਬਤ ਨਹੀਂ ਕਰਵਾਉਂਦਾ। ਲੋਕ ਨੇ, ਵੋਟਰ ਨੇ, ਉਹ ਫੈਸਲਾ ਕਿਹਦੇ ਹੱਕ 'ਚ ਕਰਦੇ, ਜਿਹਦੇ ਹੱਕ 'ਚ ਖੜ ਜਾਂਦੇ ਆ ਉਹਦੀ ਜ਼ਮਾਨਤ ਬਚ ਜਾਂਦੀ ਹੈ, ਜਿਹਦੇ ਵਿਰੋਧ 'ਚ ਜਾਂਦੇ ਨੇ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਵਿਧਾਨ ਸਭਾ ਦੀਆਂ ਚੋਣਾਂ 1969 ਤੋਂ ਲੈ ਕੇ ਜੇਕਰ 2017 ਤੱਕ ਦੀਆਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ, ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ, ਕੁੱਲ ਉਮੀਦਵਾਰਾਂ ਤੇ ਨਜ਼ਰ ਮਾਰਦਿਆਂ ਪਤਾ ਲੱਗਦਾ ਹੈ ਕਿ 8661 ਉਮੀਦਵਾਰ ਕੁੱਲ ਚੋਣ ਮੈਦਾਨ ਵਿੱਚ ਉਤਰੇ। ਉਹਨਾਂ ਦੇ ਵਿੱਚੋਂ 5818 ਉਮੀਦਵਾਰ ਤਾਂ ਆਪਣੀ ਜ਼ਮਾਨਤ ਤੱਕ ਬਚਾ ਨਹੀਂ ਸਕੇ। ਇਹ 67% ਤੋਂ ਜ਼ਿਆਦਾ ਬਣਦਾ ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਦੇ ਰਹੇ। ਹੁਣ ਜੇਕਰ ਗੌਰ ਨਾਲ ਇਹਦੇ ਤੇ ਨਜ਼ਰ ਮਾਰੀਏ ਕਿ ਹੁਣ ਤੱਕ ਦੀਆਂ ਅਸੈਂਬਲੀ ਚੋਣਾਂ ਦੇ ਉੱਤੇ ਜਾਂ ਰੁਝਾਨਾਂ ਦੇ ਉੱਤੇ ਜਾਂ ਨਤੀਜਿਆਂ ਦੇ ਉੱਤੇ, ਤਾਂ ਔਸਤਨ 30 ਤੋਂ 35% ਉਮੀਦਵਾਰ ਹੁੰਦੇ ਨੇ ਜਿਹੜੇ ਆਪਣੀ ਜ਼ਮਾਨਤ ਬਚਾਉਣ ਦੇ ਵਿੱਚ ਸਫਲ ਹੁੰਦੇ ਨੇ ਤੇ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ। ਹੁਣ ਪਾਰਟੀ ਦੇ ਹਿਸਾਬ ਨਾਲ ਜੇਕਰ ਗੱਲ ਕਰੀਏ, ਕਿਉਂਕਿ ਕੁਝ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜਮਾਉਂਦੇ ਹੈ, ਉਹਨਾਂ ਵਿੱਚੋਂ ਤਾਂ ਬਹੁਤਿਆਂ ਦੀ ਜ਼ਮਾਨਤ ਜ਼ਬਤ ਹੁੰਦੀ ਹੈ। ਪਰ 1969 ਤੋਂ 2017 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਇਹ ਨਹੀਂ ਕਿ ਆਜ਼ਾਦ ਉਮੀਦਵਾਰਾਂ ਦੀਆਂ ਹੀ ਜ਼ਮਾਨਤਾਂ ਜ਼ਬਤ ਹੋਈਆਂ ਨੇ। ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੇ 43 ਉਮੀਦਵਾਰਾਂ ਦੀਆਂ, ਸ਼੍ਰੋਮਣੀ ਅਕਾਲੀ ਦਲ ਦੇ 65 ਉਮੀਦਵਾਰਾਂ ਦੀਆਂ, ਭਾਜਪਾ ਦੇ 110 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਜੇਕਰ ਆਜ਼ਾਦ ਉਮੀਦਵਾਰਾਂ ਦੀ ਗੱਲ ਕਰਾਂ ਤਾਂ 1957 ਤੋਂ ਹੁਣ ਤੱਕ
4384 ਦੇ ਵਿੱਚੋਂ 4098 ਆਜ਼ਾਦ ਉਮੀਦਵਾਰ ਆਪਣੀਆਂ ਜ਼ਮਾਨਤਾਂ ਬਚਾ ਨਹੀਂ ਸੀ ਸਕੇ। ਆਜ਼ਾਦ ਉਮੀਦਵਾਰਾਂ ਦਾ ਲਗਭਗ 93% ਅੰਕੜਾ ਬਣਦਾ ਹੈ ਜਿਹੜੀਆਂ ਆਪਣੀਆਂ ਜ਼ਮਾਨਤਾਂ ਬਚਾਉਣ ਵਿੱਚ ਸਫਲ ਨਹੀਂ ਸੀ ਹੋਏ। ਜ਼ਮਾਨਤਾਂ ਜ਼ਬਤ ਕਿਉਂ ਹੁੰਦੀਆਂ ਨੇ? ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਕਿ ਜ਼ਬਤ ਕਿਉਂ ਹੁੰਦੀਆਂ ਨੇ, ਇਹਦੇ ਕਈ ਪਹਿਲੂ ਹੈ। ਜੇਕਰ ਸਿਆਸੀ ਮਾਹਿਰਾਂ ਦੀ ਰਾਏ ਤੇ ਨਜ਼ਰ ਮਾਰਾਂ ਤਾਂ ਉਹਨਾਂ ਵਿੱਚੋਂ ਬਹੁਤੇ ਲੋਕ ਉਹ ਹੁੰਦੇ ਨੇ, ਕਹਿੰਦੇ ਹੈ ਕਿ ਜਿਹੜੇ ਗੈਰ ਸੰਜੀਦਾ ਹੁੰਦੇ ਨੇ, ਕਿਸੇ ਤੇ ਚੁੱਕ ਚੁਕਾਏ ਚੋਣ ਮੈਦਾਨ 'ਚ ਨਿੱਤਰ ਆਉਂਦੇ ਹੈ। ਨਾ ਤਾਂ ਉਹਨਾਂ ਦੀ ਸਿਆਸਤ ਦੇ ਵਿੱਚ ਕੋਈ ਪਕੜ ਹੁੰਦੀ ਹੈ, ਨਾ ਉਹਨਾਂ ਦੀ ਲੋਕਾਂ 'ਚ ਪਕੜ ਹੁੰਦੀ ਹੈ, ਭਾਵ ਲੋਕ ਵੀ ਨਹੀਂ ਜਾਣਦੇ ਹੁੰਦੇ। ਇਸ ਕਰਕੇ ਉਹ ਲੋਕਾਂ ਦੀ ਵੋਟ ਆਪਣੇ ਬਕਸੇ ਵਿੱਚ ਪਵਾ ਨਹੀਂ ਸਕਦੇ, ਬੁਰੀ ਤਰ੍ਹਾਂ ਮੁਕੰਮਲ ਤੌਰ ਤੇ ਫੇਲ ਹੁੰਦੇ ਨੇ। ਨਤੀਜੇ ਵਜੋਂ ਜ਼ਮਾਨਤ ਜ਼ਬਤ ਹੁੰਦੀ ਹੈ। ਜ਼ਮਾਨਤ ਕੀ ਹੈ? ਜ਼ਮਾਨਤ ਦੀ ਇੱਕ ਰਾਸ਼ੀ ਹੁੰਦੀ ਹੈ ਜਿਹੜੀ ਜਦੋਂ ਕੋਈ ਉਮੀਦਵਾਰ ਆਪਣੀ ਨਾਮਜ਼ਦਗੀ ਭਰਦਾ, ਜਿਹੜੀਆਂ ਹੁਣ ਭਰੀਆਂ ਜਾ ਰਹੀਆਂ ਨੇ, ਉਸ ਵਕਤ ਇੱਕ ਤੈਅਸ਼ੁਦਾ ਰਾਸ਼ੀ ਰਕਮ ਖਜ਼ਾਨੇ 'ਚ ਜਮ੍ਹਾਂ ਕਰਵਾਈ ਜਾਂਦੀ ਹੈ, ਜਿਸ ਨੂੰ ਜ਼ਮਾਨਤ ਆਖਿਆ ਜਾਂਦਾ ਹੈ। ਤੇ ਜਿਹੜਾ ਉਹ ਤੈਅਸ਼ੁਦਾ ਵੋਟਾਂ ਪ੍ਰਾਪਤ ਨਹੀਂ ਕਰਦਾ, ਉਹਦਾ ਵੀ ਮੈਂ ਅੱਗੇ ਚੱਲ ਕੇ ਜ਼ਿਕਰ ਕਰਾਂਗਾ ਕਿ ਕਿੰਨੀਆਂ ਚਾਹੀਦੀਆਂ ਨੇ ਤਾਂ ਕਿ ਜ਼ਮਾਨਤ ਬਚੇ। ਜਿਹੜਾ ਉਹ ਤੈਅਸ਼ੁਦਾ ਕੋਟਾ ਨਹੀਂ ਲੈ ਸਕਦਾ ਤਾਂ ਫਿਰ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਸਾਲ 2017 ਦੀਆਂ ਚੋਣਾਂ ਦੇ ਵਿੱਚ 1145 ਉਮੀਦਵਾਰਾਂ ਦੇ ਵਿੱਚੋਂ 1145 ਉਮੀਦਵਾਰਾਂ ਦੇ ਵਿੱਚੋਂ 824 ਦੀ ਜ਼ਮਾਨਤ ਜ਼ਬਤ ਹੋਈ ਸੀ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ 84 ਲੱਖ ਤੇ 41 ਹਜ਼ਾਰ ਰੁਪਏ ਪ੍ਰਾਪਤ ਹੋਏ ਸੀ। ਇਸੇ ਤਰ੍ਹਾਂ ਸਾਲ 2012 ਦੀਆਂ ਚੋਣਾਂ ਵਿੱਚ 1078 ਉਮੀਦਵਾਰਾਂ ਦੇ ਵਿੱਚੋਂ 817 ਦੀ ਜ਼ਮਾਨਤ ਜ਼ਬਤ ਹੋਈ ਸੀ। 2007 ਵਿੱਚ 1043 ਚੋਂ 798 ਦੀ ਜ਼ਮਾਨਤ ਜ਼ਬਤ ਹੋਈ ਸੀ। 2002 ਦੀਆਂ ਚੋਣਾਂ ਦੇ ਵਿੱਚ 923 ਚੋਂ 655 ਦੀ ਜ਼ਮਾਨਤ ਜ਼ਬਤ ਹੋਈ ਸੀ। 1997 ਦੀਆਂ ਚੋਣਾਂ ਦੇ ਵਿੱਚ 693 ਦੇ ਵਿੱਚੋਂ 420 ਦੀ ਜ਼ਮਾਨਤ ਜ਼ਬਤ ਹੋਈ ਸੀ। ਜਦੋਂ ਕਿ ਪੰਜਾਬ ਦੇ ਵਿੱਚ ਲੰਬਾ ਸਮਾਂ ਰਾਸ਼ਟਰਪਤੀ ਰਾਜ ਵੀ ਲੱਗਿਆ ਰਿਹਾ ਸੀ ਅਤੇ 1992 ਦੀਆਂ ਜਦੋਂ ਚੋਣਾਂ ਹੋਈਆਂ ਸੀ ਤਾਂ ਉਸ ਵਕਤ 579 ਵਿਅਕਤੀਆਂ ਨੇ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ। 579 ਦੇ ਵਿੱਚੋਂ 317 ਦੀ ਜ਼ਮਾਨਤ ਜ਼ਬਤ ਹੋ ਗਈ ਸੀ, ਜੋ ਕਿ ਲਗਭਗ ਪੌਣੇ 55% ਦੇ ਨੇੜੇ ਤੇੜੇ ਅੰਕੜਾ ਬਣਦਾ ਹੈ। 1985 ਦੇ ਵਿੱਚ 69.42%, 1980 ਦੇ ਵਿੱਚ 64.54% ਦੀ, 1977 ਦੇ ਵਿੱਚ ਵੀ 64% ਤੋਂ ਜ਼ਿਆਦਾ, 1972 ਦੇ ਵਿੱਚ ਲਗਭਗ 52.5% ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਸ਼ਾਇਦ ਤੁਹਾਨੂੰ ਇਹ ਵੀ ਚੇਤਾ ਹੋਣਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਆਪਸੀ ਤਕਰਾਰਬਾਜ਼ੀ ਕਰਦੇ ਸੀ, ਐਨ ਜੰਗ ਸ਼ਬਦੀ ਸਿਖਰਾਂ ਤੇ ਸੀ, ਉਸ ਵਕਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ ਸੀ, ਤਾਨਾ ਮਾਰਿਆ ਸੀ ਕਿ ਪਟਿਆਲੇ ਤੋਂ ਆ ਕੇ ਮੇਰੇ ਮੁਕਾਬਲੇ ਚੋਣ ਲੜ ਲਈ, ਤੂੰ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇਗਾ। ਹਰ ਕੰਮ ਦੇ ਵਿੱਚ ਕੋਈ ਨਾ ਕੋਈ ਰਿਕਾਰਡ ਬਣਦੇ ਹੈ। ਜੇਕਰ ਦੇਖੀਏ ਭਾਰਤ ਦੀਆਂ ਚੋਣਾਂ ਦੇ ਇਤਿਹਾਸ ਤੇ ਨਜ਼ਰ ਮਾਰੀਏ ਕਿ ਸਭ ਤੋਂ ਵੱਧ ਵਾਰ ਜ਼ਮਾਨਤ ਜ਼ਬਤ ਕਿਹਨੇ ਕਰਾਈ, ਇਹ ਵੀ ਇੱਕ ਰਿਕਾਰਡ ਹੈ। ਭਾਰਤ ਦੇ ਵਿੱਚ ਸਭ ਤੋਂ ਵੱਧ ਵਾਰ ਜੇਕਰ ਕਿਸੇ ਨੇ ਜ਼ਮਾਨਤ ਜ਼ਬਤ ਕਰਵਾਈ ਹੈ ਤਾਂ ਕਾਕਾ ਜੋਗਿੰਦਰ ਸਿੰਘ ਧਰਤੀ ਪਕੜ 300 ਚੋਣਾਂ ਦੇ ਵਿੱਚ ਆਪਣੀ ਜ਼ਮਾਨਤ ਜ਼ਬਤ ਕਰਵਾ ਚੁੱਕਿਆ ਹੈ। ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਉਸਨੇ ਚੋਣ ਲੜਨ ਵਾਸਤੇ ਨਾਮਜ਼ਦਗੀਆਂ ਭਰੀਆਂ ਸੀ ਤੇ ਉਹਦੇ ਕਰਕੇ ਕਾਨੂੰਨ ਬਣਾਉਣਾ ਪੈ ਗਿਆ ਸੀ। ਇਸੇ ਤਰ੍ਹਾਂ ਜੇਕਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਜ਼ਮਾਨਤਾਂ ਜਦੋਂ ਜ਼ਬਤ ਹੋਈਆਂ ਤਾਂ 1997 ਦੀਆਂ ਚੋਣਾਂ 'ਚ ਹੋਈਆਂ ਸੀ, ਜਦੋਂ ਕਾਂਗਰਸ ਦੇ 15 ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਸੀ ਬਚਾ ਸਕੇ। 2017 ਦੀਆਂ ਚੋਣਾਂ ਵਿੱਚ ਕਾਂਗਰਸ ਦੇ 2 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਜਦ ਕਿ 1992 ਦੀਆਂ ਚੋਣਾਂ ਵਿੱਚ ਕਾਂਗਰਸ ਦੇ 4 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜੇਕਰ ਝਾਤ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਇਤਿਹਾਸ ਵੀ ਇਸੇ ਤਰ੍ਹਾਂ ਦਾ ਹੈ। ਹੁਣ ਕਾਂਗਰਸ ਤੋਂ ਬਾਅਦ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਕਿੰਨੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਨੇ, ਉਸ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 2017 ਦੇ ਵਿੱਚ 2, 2002 ਦੇ ਵਿੱਚ ਵੀ 2 ਦੀ, 1980 ਦੇ ਵਿੱਚ 7 ਦੀ, 1972 ਦੇ ਵਿੱਚ 9 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੁੰਦੀਆਂ ਰਹੀਆਂ ਨੇ।
25 ਉਮੀਦਵਾਰਾਂ ਦੀ 1992 ਦੀਆਂ ਚੋਣਾਂ ਦੇ ਵਿੱਚ ਜ਼ਮਾਨਤ ਜ਼ਬਤ ਹੋਈ। 1980 ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਾਫੀ ਦੀਆਂ ਹੋਈਆਂ ਸੀ। ਹੁਣ ਜੇਕਰ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਤੇ ਨਜ਼ਰ ਮਾਰੀਏ ਕਿ ਉਹਨਾਂ ਦੀਆਂ ਕਿੰਨੀਆਂ ਦੀਆਂ ਹੁੰਦੀਆਂ ਰਹੀਆਂ ਨੇ। 2017 ਦੀਆਂ ਚੋਣਾਂ ਦੇ ਵਿੱਚ ਸਿਆਸੀ ਦੁਰਗਤੀ ਸਭ ਤੋਂ ਸਿਖਰਾਂ ਤੇ ਆਖੀ ਜਾ ਸਕਦੀ ਹੈ, ਜਦੋਂ 303 ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਸਿਰਫ 3 ਉਮੀਦਵਾਰ 303 ਦੇ ਵਿੱਚੋਂ ਸਿਰਫ 3 ਉਮੀਦਵਾਰ ਸੀ ਜਿਹੜੇ ਆਪਣੀ ਜ਼ਮਾਨਤ ਬਚਾ ਸਕੇ ਸੀ। ਬਾਕੀ ਸਾਰਿਆਂ ਦੀ ਜ਼ਮਾਨਤ ਜ਼ਬਤ ਹੋਈ ਸੀ। 2017 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ 2 ਦਰਜਨ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਆਪਾਂ ਕੱਲ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਆਜ਼ਾਦ ਉਮੀਦਵਾਰ ਕਿਉਂ ਖੜਦੇ ਆ। ਆਜ਼ਾਦ ਉਮੀਦਵਾਰਾਂ ਨੂੰ ਖੜਾਉਣ ਦੇ ਪਿੱਛੇ ਕੀ ਕਿਸੇ ਸਿਆਸੀ ਜਾਂ ਰਵਾਇਤੀ ਪਾਰਟੀ ਦਾ ਹੱਥ ਹੁੰਦਾ ਹੈ, ਤਾਂ ਕਿ ਦੂਸਰੀ ਪਾਰਟੀ ਦੇ ਵੋਟ ਬੈਂਕ ਨੂੰ ਸੰਨ ਲਗਾਈ ਜਾ ਸਕੇ। ਇਸ ਕਰਕੇ ਹੱਲਾਸ਼ੇਰੀ ਦੇ ਦਿੱਤੀ ਜਾਂਦੀ ਹੈ, ਗੈਰ ਸੰਜੀਦਾ ਉਮੀਦਵਾਰ ਖੜੇ ਕਰ ਦਿੱਤੇ ਜਾਂਦੇ ਆ। ਪਰ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ ਜ਼ਮਾਨਤ ਜ਼ਬਤ ਹੋ ਸਕਦੀ ਹੈ ਤਾਂ ਇਹ ਬਚਾਈ ਕਿਵੇਂ ਜਾ ਸਕਦੀ ਹੈ। ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ ਜੇਕਰ ਕੋਈ ਉਮੀਦਵਾਰ ਆਪਣੇ ਹਲਕੇ ਵਿੱਚ ਪਈਆਂ ਵੋਟਾਂ ਦਾ 6ਵਾਂ ਹਿੱਸਾ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਅਸੈਂਬਲੀ ਚੋਣਾਂ ਲਈ ਹਰੇਕ ਉਮੀਦਵਾਰ ਤੋਂ 10,000 ਰੁਪਏ ਜ਼ਮਾਨਤ ਰਕਮ ਨਾਮਜ਼ਦਗੀ ਦਾਖਲ ਵੇਲੇ ਵਸੂਲੀ ਜਾਂਦੀ ਹੈ। ਜੇ ਉਸ ਉਮੀਦਵਾਰ ਨੂੰ ਵੋਟਾਂ ਦਾ 6ਵਾਂ ਹਿੱਸਾ ਪ੍ਰਾਪਤ ਨਹੀਂ ਹੁੰਦਾ ਤਾਂ ਜ਼ਮਾਨਤ ਜ਼ਬਤ ਕਰ ਲਈ ਜਾਂਦੀ ਹੈ, ਤੇ ਜੇਕਰ ਉਸ ਉਮੀਦਵਾਰ ਨੂੰ 6ਵਾਂ ਹਿੱਸਾ ਕੁੱਲ ਪਈਆਂ ਵੋਟਾਂ ਦਾ ਪ੍ਰਾਪਤ ਹੋ ਜਾਂਦਾ ਹੈ ਤਾਂ ਉਹਦੀ ਜ਼ਮਾਨਤ ਉਹ 10,000 ਰੁਪਇਆ ਮੋੜਨ ਯੋਗ ਹੁੰਦਾ ਹੈ। ਹੁਣ ਜੇਕਰ ਤੁਹਾਨੂੰ ਕਿਸੇ ਮਹਿਫਲ ਦੇ ਵਿੱਚ, ਕਿਸੇ ਗਲੀ ਮੁਹੱਲੇ ਜਾਂ ਸੱਥ ਵਿੱਚ ਇਹ ਜ਼ਿਕਰ ਛਿੜਪਿਆ, ਗੱਲ ਕਰਨੀ ਪੈ ਗਈ ਕਿ ਜ਼ਮਾਨਤ ਕੀ ਹੁੰਦੀ ਹੈ, ਇਹ ਬਚਾਈ ਕਿਵੇਂ ਜਾ ਸਕਦੀ ਹੈ, ਇਹ ਜ਼ਬਤ ਕਿਵੇਂ ਹੁੰਦੀ ਹੈ, ਕਿਰਪਾ ਕਰਕੇ ਆ ਪ੍ਰੋਗਰਾਮ ਸੁਣ ਲਿਓ। 4 ਬੰਦਿਆਂ ਦੇ ਵਿੱਚ ਬੈਠ ਕੇ ਟਿਕਾਣੇ ਦੀ ਗੱਲ, ਕਰਾਰੀ ਗੱਲ, ਖਰੀ ਗੱਲ ਤੁਸੀਂ ਕਰਨ ਦੇ ਯੋਗ ਹੋਵੋਗੇ ਕਿ ਭਾਈ ਜ਼ਮਾਨਤ ਆ ਹੁੰਦੀ ਹੈ, ਕਿੰਨੀਆਂ ਵੋਟਾਂ, ਕਿੰਨਾ ਹਿੱਸਾ ਉਹਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਤੇ ਕਿੰਨੀ ਉਹਨੂੰ ਨਾਮਜ਼ਦਗੀ ਵੇਲੇ ਫੀਸ ਭਰਨੀ ਪੈਂਦੀ ਹੈ, ਤੇ ਕਿਹਨਾਂ ਦੀ ਮੁੜਦੀ ਰਹੀ ਹੈ। ਚੰਗਾ ਹੋਵੇ ਧਿਆਨ ਨਾਲ ਸੁਣ ਲਿਓ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਜੂ ਕਿ 303 ਚੋਂ ਸਿਰਫ 3 ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਕਿਹੜੇ ਸਾਲ 'ਚ ਬਚੀਆਂ ਸੀ ਤੇ ਕਿਹੜੇ ਸਾਲ 'ਚ 300 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਅੱਜ ਜ਼ਮਾਨਤ ਕੀ ਹੁੰਦੀ ਹੈ, ਜ਼ਬਤ ਕਿਵੇਂ ਹੁੰਦੀ ਹੈ, ਬਚਾਈ ਕਿਵੇਂ ਜਾ ਸਕਦੀ ਹੈ, ਉਸ ਮਸਲੇ ਤੇ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਇਹ ਜਾਣਕਾਰੀ ਭਰਪੂਰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਹੈ। ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।